2015 ਦੇ ਵਿੱਚ ਵਾਪਰੇ ਬਰਗਾੜੀ ਬੇਅਦਬੀ ਕਾਂਡ ਮਾਮਲੇ ਦੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਸਮੇਤ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ। ਜ਼ਿਕਰ ਜੋ ਹੈ ਕਿ ਬਰਗਾੜੀ ਬੇਅਦਬੀ ਕਾਂਡ ਨਾਲ ਜੁੜੇ ਹੋਏ ਕੋਟਕਪੁਰਾ ਗੋਲੀकांड ਮਾਮਲੇ ਦੀ ਜਾਂਚ ਨੂੰ ਲੈ ਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੁਆਰਾ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜਿੱਥੇ ਨਵਜੋਤ ਸਿੰਘ ਸਿੱਧੂ ਦੇ ਤਿੱਖੇ ਬਿਆਨਾਂ ਤੇ ਨਿਤ ਰੋਜ਼ ਕੀਤੇ ਜਾ ਰਹੇ ਟਵੀਟਸ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਤਲਖੀ ਨੂੰ ਵਧਾ ਦਿੱਤਾ ਹੈ, ਉੱਥੇ ਹੀ ਵੱਡੇ ਸਵਾਲ ਖੜੇ ਹੋ ਰਹੇ ਨੇ ਬਰਗਾੜੀ ਬੇਅਦਬੀ ਕਾਂਡ ਮਾਮਲੇ ਦੇ ਵਿੱਚ ਬਾਦਲ ਪਰਿਵਾਰ ਦੀ ਭੂਮਿਕਾ ਤੇ। ਨਵਜੋਤ ਸਿੰਘ ਸਿੱਧੂ ਦੁਆਰਾ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੇ ਸਵਾਲ ਪੁੱਛੇ ਜਾ ਰਹੇ ਨੇ, ਪਰ ਹੁਣ ਜੋ ਇੱਕ ਨਵਾਂ ਬਿਆਨ ਨਵਜੋਤ ਸਿੰਘ ਸਿੱਧੂ ਦੁਆਰਾ ਦਿੱਤਾ ਗਿਆ ਹੈ ਉਹ ਇਸ ਲਈ ਅਹਿਮ ਹੈ ਕਿਉਂਕਿ ਇਸ ਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਲਿਆ ਹੈ ਅਤੇ ਨਾਲ ਹੀ ਇੱਕ ਆਪਣੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਗੋਲੀकांड ਤੇ ਬੇਅਦਬੀ ਮਾਮਲੇ ਦੇ ਲਈ ਬਾਦਲ ਪਰਿਵਾਰ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਸਹੀ ਨੂੰ ਜਾਣ ਕੇ ਉਸ ਤੇ ਅਮਲ ਨਾ ਕਰਨਾ ਬੁਜ਼ਦਿਲੀ ਦੀ ਨਿਸ਼ਾਨੀ ਹੈ। ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਹਜ਼ਾਰਾਂ ਮਾਮਲੇ ਹੱਲ ਕੀਤੇ ਜਾਂਦੇ ਨੇ, ਕਿਸੇ ਲਈ ਵੀ ਸਿੱਟ ਜਾਂ ਜਾਂਚ ਕਮਿਸ਼ਨ ਦੀ ਲੋੜ ਨਹੀਂ ਪੈਂਦੀ। ਗੁਰੂ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀकांड ਵਿੱਚ ਬਾਦਲਾਂ ਦੀ ਭੂਮਿਕਾ ਬਾਰੇ ਮੈਂ ਅਨੇਕਾਂ ਵਾਰ ਵਿਸਥਾਰ ਵਿੱਚ ਦੱਸਿਆ ਹੈ। ਸਾਲ 2018-19 ਵਿੱਚ ਸੁਖੀ ਰੰਧਾਵਾ ਨਾਲ ਆਪਣੀ ਮੰਗ ਦੁਹਰਾਉਂਦੇ ਹੋਏ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੁਆਰਾ ਆਪਣੀ ਉਹ ਵੀਡੀਓ ਸਾਂਝੀ ਕੀਤੀ ਗਈ ਹੈ। ਆਪਣੀ ਵਿਵਾਕ ਆਵਾਜ਼ ਤੇ ਤਿੱਖੀਆਂ ਤਕਰੀਰਾਂ ਦੇ ਲਈ ਜਾਣੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਸਾਫ਼ ਤੌਰ ਤੇ ਆਪਣੀ ਵੀਡੀਓ ਦੇ ਵਿੱਚ ਆਖਿਆ ਹੈ ਕਿ ਜਿਸ ਵਿਅਕਤੀ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੋਵੇ ਉਸ ਨੂੰ ਇਹਨਾਂ ਨੇ ਮਾਫੀ ਕਿਵੇਂ ਦਵਾ ਦਿੱਤੀ। ਬਾਦਲ ਪਰਿਵਾਰ ਜਵਾਬ ਦੇਵੇ ਕਿ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਘਰ ਕਿਉਂ ਬੁਲਾਇਆ ਸੀ। ਇਸ ਦੇ ਨਾਲ ਹੀ ਇਹ ਵੀ ਸਵਾਲ ਕੀਤਾ ਗਿਆ ਹੈ ਕਿ ਹਿੰਦੀ ਵਿੱਚ ਲਿਖੀ ਗਈ ਚਿੱਠੀ ਪੰਜਾਬੀ ਦੇ ਵਿੱਚ ਕਿਵੇਂ ਬਦਲ ਗਈ। MSG ਫਿਲਮ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰਿਲੀਜ਼ ਹੋ ਗਈ। ਜ਼ਿਕਰ ਜੋ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਇਸ ਫਿਲਮ ਤੇ ਪੰਜਾਬ ਦੇ ਵਿੱਚ ਬਹੁਤ ਹੀ ਬਵਾਲ ਦੇਖਣ ਨੂੰ ਮਿਲਿਆ ਸੀ। ਇਸ ਦੇ ਨਾਲ ਹੀ ਬੇਅਦਬੀ ਕਾਂਡ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਦੀ ਸ਼ਮੂਲੀਅਤ ਤੇ ਵੀ ਸਵਾਲ ਉੱਠਦੇ ਰਹੇ ਨੇ। ਹੁਣ ਇੱਕ ਵਾਰ ਫਿਰ ਤੋਂ ਬਾਦਲ ਪਰਿਵਾਰ ਡੇਰਾ ਸੱਚਾ ਸੌਦਾ ਅਤੇ ਬੇਅਦਬੀ ਕਾਂਡ ਮਾਮਲੇ ਦੀਆਂ ਤੰਦਾਂ ਨੂੰ ਜੋੜ ਕੇ ਵੱਡੇ ਸਵਾਲ ਖੜੇ ਕਰ ਰਹੇ ਨਵਜੋਤ ਸਿੰਘ ਸਿੱਧੂ ਦੀਆਂ ਇਹ ਗੱਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਆਂ ਸਰਗਰਮੀਆਂ ਛੇੜ ਸਕਦੀਆਂ ਨੇ, ਕਿਉਂਕਿ 6 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਰਗਾੜੀ ਬੇਅਦਬੀ ਕਾਂਡ, ਕੋਟਕਪੁਰਾ ਗੋਲੀकांड ਮਾਮਲੇ ਅਤੇ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਸਿੱਖ ਸੰਗਤ ਨੂੰ ਹਜੇ ਤੱਕ ਵੀ ਭਾਰਤੀ ਕਾਨੂੰਨ ਅਨੁਸਾਰ ਇਨਸਾਫ ਨਹੀਂ ਮਿਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੁਆਰਾ ਦੂਜੇ ਪਾਸੇ ਇਨਸਾਫ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ, ਪਰ ਨਵਜੋਤ ਸਿੰਘ ਸਿੱਧੂ ਦੁਆਰਾ ਇਹ ਸਵਾਲ ਉਠਾਏ ਜਾ ਰਹੇ ਨੇ ਕਿ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦਿਆਂ ਨੂੰ ਵੀ ਪੂਰਾ ਨਹੀਂ ਕੀਤਾ ਹੈ। ਆਪਣੀ ਵੀਡੀਓ ਦੇ ਵਿੱਚ ਬੇਅਦਬੀ ਮਾਮਲੇ ਲਈ ਇਨਸਾਫ ਦੀ ਮੰਗ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਦੁਆਰਾ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਸਿਆਸਤ ਨਹੀਂ ਸਗੋਂ ਸੁਦਾਗਰ ਦੇ। ਇਸ ਦੇ ਨਾਲ ਹੀ ਉਹਨਾਂ ਦੁਆਰਾ ਵੱਡੇ ਸਵਾਲ ਬਾਦਲ ਪਰਿਵਾਰ ਤੇ ਉਠਾਏ ਗਏ ਨੇ। ਲੋਕਾਂ ਦੀ ਕਚਹਿਰੀ, ਲੋਕਾਂ ਦਾ ਨਿਆਂ, ਲੋਕਾਂ ਦੀ ਅਦਾਲਤ ਲੋਕਤੰਤਰ 'ਚ ਸਭ ਤੋਂ ਸਰਵੋੱਚ ਅਦਾਲਤ ਹੈ। ਸਰਵੋੱਚ ਅਦਾਲਤ ਕੈਪਟਨ ਅਮਰਿੰਦਰ ਸਿੰਘ ਤੇ ਲੋਕਾਂ ਨੂੰ ਆਸਾਂ ਨੇ ਵੀ ਉਹ ਸਜ਼ਾ ਦਊਗਾ ਹੀ ਦਊਗਾ, ਪਰ ਜਿਹੜੀ ਲੋਕਾਂ ਦੀ ਸਜ਼ਾ ਨਾ ਉਹ ਰੋਲੂ ਇਹਨਾਂ ਨੂੰ। ਕਿਹੜੀਆਂ ਕੁਰਬਾਨੀਆਂ? 2 ਬੱਸਾਂ ਤੋਂ ਤੁਹਾਡੀਆਂ 2000 ਬੱਸਾਂ ਹੋ ਗਈਆਂ, ਇਹ ਕੁਰਬਾਨੀ ਹੈ। ਜਦੋਂ ਤੁਹਾਡੀ ਸਰਕਾਰ ਆਉਂਦੀ ਹੈ, ਤੁਹਾਡਾ 5 ਸਟਾਰ ਹੋਟਲ ਬਣਦਾ, ਇਹ ਕੁਰਬਾਨੀ ਹੈ। ਅੱਜ ਇਹਨਾਂ ਨੂੰ ਪਤਾ ਲੱਗੂਗਾ ਕਿਉਂਕਿ ਇਹਨਾਂ ਦੇ ਪਰਦੇ ਫਾਸ਼ ਹੋ ਗਏ। ਇਹਨਾਂ ਦੀ ਜਿਹੜੀ ਅਸਲੀਅਤ ਹੈ ਉਹ ਲੋਕਾਂ ਦੇ ਸਾਹਮਣੇ ਆ ਗਈ ਹੈ ਤੇ ਲੋਕਾਂ ਨੇ ਇਨਸਾਫ ਕੀਤਾ ਸੀ 13 ਸੀਟਾਂ ਨੇ ਅੱਜ ਕਿ ਕੋਈ ਵੀ ਜਿਹੜਾ ਪ੍ਰੂਫ ਹੁੰਦਾ ਹੈ ਉਹ ਟਾਈਮ ਬਾਉਂਡ ਹੋਣਾ ਚਾਹੀਦਾ ਹੈ। ਇਹਦਾ ਜਵਾਬ ਦਿਓ। 1, ਤੁਸੀਂ ਸੌਦਾ ਕੀਤਾ ਕਿ ਨਹੀਂ ਕੀਤਾ, ਉਹਦਾ ਜਵਾਬ ਦਿਓ। 2, ਤੁਹਾਡੇ ਕਹਿਣ ਦੇ ਉੱਤੇ ਪੁਲਿਸ ਆ ਕੇ ਉੱਥੇ ਗੁਰਸਿੱਖਾਂ ਦੇ ਉੱਤੇ जुल्म करती है कि नहीं करती। 3, जवाब दे दा। तू ना इधर उधर की बात कर सुखे, बता के कारवां क्यों लुटा, बता के गोलियां क्यों चली, बता के जाने क्यों गई। मैं ये कहना कि पंजाब दे मूरे सब तो बड़ा सवाल यह है कि कदों उन्हां दोषियों दे सजा होंदी और की वो डेटरेंट होंदी है कि अगे नूं कोई इहो जिहा जघन्य अपराध करन दी सोचे ना कि वो ऐसी सज़ा हुंदी है। कोई होवे, मैं कहना वड्डा होवे, छोटा होवे, उच्चा होवे, नीवा होवे, कोई होवे, कोई श्री गुरु ग्रंथ साहब तो उच्चा नहीं। अगर कोई जमीन फाड़ के आवाज़ आउंदी है कि गुरु साहब दी बेअदबी दे जिहड़े दोषी ने उन्हां नूं ऐसी सख्त तो सख्त सज़ा मिले कि पीढ़ी दर पीढ़ी कंबे कि इहो जिहा जघन्य अपराध सोचे भी ना। सब तो वड्डा मुद्दा यह है
ਇਸ ਦਾਇਰੇ 'ਚ ਖੜਾ ਹੈ ਪੰਜਾਬ, ਆਸ ਨਾਲ ਵੇਖਦਾ ਹੈ, ਵਿਸ਼ਵਾਸ ਨਾਲ ਵੇਖਦਾ ਹੈ। ਔਰ ਕੀ ਵੇਖਦਾ ਹੈ ਕਿ ਭਾਈ ਜਿਨ੍ਹਾਂ ਲੋਕਾਂ ਨੂੰ ਅਸੀਂ ਵੋਟਾਂ ਪਾਈਆਂ ਨਿਆਂ ਲਈ, ਇਨਸਾਫ ਲਈ, ਕਿ ਸਾਨੂੰ ਉਹ ਇਨਸਾਫ ਮਿਲੂਗਾ। ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਫੀ ਕਰ ਦਈਏ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ, ਤੇ ਸਾਡੀਆਂ ਜ਼ਿੰਦਗੀਆਂ 'ਚ ਬਚਦਾ ਕੀ ਹੈ? ਕੱਖ ਨਹੀਂ ਬਚਦਾ। ਇਹ ਉਹ ਚਾਨਣ ਮੁਨਾਰਾ ਹੈ, ਉਹ ਸੂਰਜ ਹੈ ਜਿਹਦੇ ਇਰਦ ਗਿਰਦ ਸਾਡੀਆਂ ਜ਼ਿੰਦਗੀਆਂ ਘੁੰਮਦੀਆਂ ਨੇ। ਇਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ, ਇਹ ਪਿਆਰ ਮੁਹੱਬਤ ਦਾ ਪ੍ਰਤੀਕ ਹੈ, ਇਹ ਜੋੜਨ ਦਾ ਪ੍ਰਤੀਕ ਹੈ। ਤੇ ਕੋਈ ਸਾਡੇ ਉਸ ਗੁਰੂ ਨੂੰ ਜਿਹਦੇ ਲੜ ਸਾਨੂੰ ਦਸ਼ਮੇਸ਼ ਪਾਤਸ਼ਾਹ ਨੇ ਲਾਇਆ ਤੇ ਜਿਨ੍ਹਾਂ ਨੇ ਉਹਦੀ ਬੇਅਦਬੀ ਕੀਤੀ, ਮੈਂ ਸਭ ਤੋਂ ਪਹਿਲਾ ਸਵਾਲ ਪੁੱਛਦਾ ਸਰਦਾਰ ਬਾਦਲ ਨੂੰ ਵੀ ਕੀ ਸਰਦਾਰ ਬਾਦਲ ਇਹ ਮੰਨਦਾ ਹੈ, ਕੀ ਉਹ ਮੰਨਦਾ ਹੈ ਜਾਂ ਨਹੀਂ ਕਿ ਡੇਰਾ ਪ੍ਰੇਮੀਆਂ ਨੇ ਇਹ ਗੁਨਾਹ ਕੀਤਾ ਸੀ? ਇਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਇਹ ਕਹਿੰਦੀ ਹੈ ਤੱਥ ਕੱਢ ਕੇ ਵੀ ਇਹ ਜਗਨਿਆ ਅਪਰਾਧ, ਇਹ ਗੁਨਾਹ ਜਿਹੜਾ ਹੈਗਾ ਇਹ ਉਹਨਾਂ ਨੇ ਕੀਤਾ, ਪ੍ਰੂਫ ਦੇਤੇ। ਜੇ ਇਹਨਾਂ ਦੇ ਕੋਲ ਕੋਈ ਕਾਊਂਟਰ ਹੈ, ਜੇ ਇਹਦੇ ਖਿਲਾਫ ਇਹਨਾਂ ਦੇ ਮਨ ਦੇ ਵਿੱਚ ਕੁਛ ਹੈ ਤੇ ਸਾਹਮਣੇ ਆਉਣ, ਮੈਨੂੰ ਬੁਲਾ ਲੈਣ, ਜਾਖੜ ਸਾਹਿਬ ਨੂੰ ਬੁਲਾ ਲੈਣ, ਸੁਖੀ ਭਾਜੀ ਨੂੰ ਬੁਲਾ ਲੈਣ ਤੇ ਦੇਣ ਕਾਊਂਟਰ ਦੇਣ। ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਇਹਨਾਂ ਦੀ ਆਪਦੀ ਬਣਾਈ ਹੋਈ ਜਿਹੜੀ ਕਹਿੰਦੀ ਹੈ ਕਿ ਬੈਠੇ ਸਿੱਖਾਂ ਦੇ ਗੋਲੀਆਂ ਮਾਰੀਆਂ ਇਹਨਾਂ ਨੇ। ਵੇਖੋ ਇਹ ਅੱਜ ਗੱਲ ਕਰਨ ਡਏ ਹੈ ਫਿਰਕੂ ਤਾਕਤਾਂ ਦੀ, ਇਹ ਗੱਲ ਕਰਨ ਡਏ ਹੈ ਜੀ ਆਪਸੀ ਭਾਈਚਾਰੇ ਨੂੰ ਬਣਾਉਣ ਦੀ। ਬਾਦਲ ਨੂੰ ਪੁੱਛ ਵੀ ਕਿਹੜੇ ਹਿੰਦੂ ਨੇ ਤੁਹਾਡਾ ਵਿਰੋਧ ਕੀਤਾ? ਤੁਹਾਡਾ ਵਿਰੋਧ ਸਿੱਖ ਕੌਮ ਕਰ ਰਹੀ ਹੈ। ਇੱਥੇ ਕੋਈ ਨਾ ਹਿੰਦੂ ਨਾ ਮੁਸਲਮਾਨ, ਅਸੀਂ ਸਾਰੇ ਇੱਕ ਹਾਂ। ਤੁਹਾਨੂੰ ਇਸ ਵਕਤ ਅਗਰ ਇਹੀ ਗੱਲ ਨਹੀਂ ਸਮਝ ਆਉਂਦੀ ਵੀ ਤੁਹਾਡਾ ਵਿਰੋਧ ਕਿੱਥੋਂ ਹੋ ਰਿਹਾ ਹੈ, ਤੇ ਤੁਸੀਂ ਲੋਕਾਂ ਦਾ ਫੇਰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕੋਈ ਫਿਰਕੂ ਨਹੀਂ ਇੱਥੇ, ਕੋਈ ISI ਨਹੀਂ। ਵਿਰੋਧ ਤੁਹਾਡਾ ਸਿੱਖ ਕੌਮ ਕਰ ਰਹੀ ਹੈ, ਔਰ ਕਿਸ ਕਾਰਨ ਕਰ ਰਹੀ ਹੈ ਤੁਸੀਂ ਜਾਣਦੇ ਹੋ। ਡਾਇਰ ਨੇ ਆਰਡਰ ਦਿੱਤਾ ਸੀ, ਗੋਲੀਆਂ ਕਿਸੇ ਹੋਰ ਨੇ ਚਲਾਈਆਂ ਸੀ। ਇਤਿਹਾਸ ਕਿਹਦਾ ਨਾਂ ਰਿਕਾਰਡ ਕਰਦਾ, ਜ਼ਿੰਮੇਵਾਰ ਕਿਹਨੂੰ ਮੰਨਦਾ? ਤੇ ਡਾਇਰ ਨੂੰ। ਇਹ ਨਰੈਣੂ ਦੀ ਆਤਮਾ ਜਿਹੜੀ ਆਈ ਹੈ ਇਹਨਾਂ 'ਚ, ਹਾਂਜੀ, ਇਹ ਮਸੰਦਾਂ ਦੀ ਜਿਹੜੀ ਆਤਮਾ ਆਈ ਹੈ ਇਹਨਾਂ 'ਚ, ਇਹ ਸਾਰੇ ਜਗ ਜ਼ਾਹਰ ਹੈ, ਇਹਦੇ 'ਚ ਕੋਈ ਮਤਲਬ ਕੋਈ ਡਾਊਟ ਨਹੀਂ ਹੈ। ਤੇ ਜੇ ਕੋਈ ਕਾਊਂਟਰ ਹੈ ਤੇ ਆਉਣ ਸਾਹਮਣੇ, ਇਹ ਕਹਿਣ ਵੀ ਮਤਲਬ ਮੈਂ ਡੇਟਾ ਦੇ ਰਿਹਾ 2007 ਦੇ ਵਿੱਚ ਗੁਰੂ ਸਾਹਿਬ ਦਾ ਸਵਾਂਗ ਕੀਤਾ ਡੇਰਾ ਸਾਹਿਬ, ਤੇ ਉਦੋਂ ਬਾਅਦ ਉਹਦੇ ਤੇ ਮੁਕੱਦਮਾ FIR ਦਰਜ ਹੋਈ। 2009 ਚ ਹਰਸਿਮਰਤ ਦੀ ਇਲੈਕਸ਼ਨ ਤੱਕ ਕੋਈ ਕਾਰਵਾਈ ਨਹੀਂ ਹੋਈ। 2012 ਤੋਂ ਪਹਿਲਾਂ 3 ਦਿਨ ਪਹਿਲਾਂ ਕੈਂਸਲੇਸ਼ਨ ਮੰਗੀ FIR ਦੀ। ਇਹ ਕਿਹੜੀ ਸਰਕਾਰ ਸੀ? ਇਹ ਕਿਉਂ ਹੋਇਆ? ਇਹ ਕੀ ਡੇਰਾ ਪ੍ਰੇਮ ਹੈ ਜਾਂ ਵੋਟਾਂ ਦੇ ਲਈ ਗੋਡਿਆਂ 'ਚ ਬੈਠੇ ਹੋ? ਕਿ ਤੁਸੀਂ ਤਨਖਾਹੀਆ ਡਿਕਲੇਅਰ ਕੀਤੇ ਹੋਏ ਬੰਦੇ ਦੇ ਗੋਡਿਆਂ 'ਚ ਬੈਠੇ ਹੋ? ਕਿ ਤੁਸੀਂ ਉਸ ਅਕਾਲ ਤਖਤ ਜੀ ਦਾ ਆਦੀ ਅਨੰਤ ਜੀ ਤੋਂ ਉੱਤੇ ਕੋਈ ਨਹੀਂ, ਉਹਦਾ ਹੁਕਮ ਨਹੀਂ ਮੰਨਦੇ? ਕਿ ਉਹਦੇ ਹੁਕਮਨਾਮੇ ਦੇ ਖਿਲਾਫ ਹੋ ਤੁਸੀਂ? ਤੇ ਦੱਸੋ ਵੀ ਤੁਸੀਂ ਕੈਂਸਲੇਸ਼ਨ ਕਿਉਂ ਮੰਗੀ? ਦੱਸੋ ਵੀ 2007 ਤੋਂ ਲੈ ਕੇ 2014 ਤੱਕ ਤੁਸੀਂ ਚਾਰਜ ਸ਼ੀਟ ਕਿਉਂ ਨਹੀਂ ਫਰੇਮ ਕੀਤੀ? ਦੱਸੋ ਕਿ ਤੁਹਾਡੀ ਪੁਲਿਸ ਨੇ ਜਾ ਕੇ ਉੱਥੇ ਕਿਉਂ ਕਿਹਾ ਕਿ ਇੱਥੇ ਤੇ ਜੀ ਗਵਾਹ ਹੀ ਨਹੀਂ ਸੀ, ਤੇ ਗਵਾਹ ਕਹਿੰਦਾ ਮੈਂ ਸੀ। ਹਾਂਜੀ, ਇਹ ਪ੍ਰਮਾਣ ਨੇ ਇਹਨਾਂ ਦੇ ਡੇਰਾ ਪ੍ਰੇਮ ਦੇ, ਇਹ ਪ੍ਰਮਾਣ ਨੇ ਇਹਨਾਂ ਦੇ ਕਿ ਇਹ ਸੋਸ਼ਲ ਇੰਜੀਨੀਅਰਿੰਗ ਕਰਦੇ ਸੀ। ਇਹ ਸੋਚਦੇ ਸੀ ਵੀ ਹਰਿਆਣੇ 'ਚ ਜਿਹੜੀ ਪਾਰਟੀ 4 ਤੋਂ 40 ਹੋ ਗਈ ਤੇ ਅਸੀਂ ਵੀ 40 ਤੋਂ ਇੱਥੇ 80 ਹੋਈਏ। ਤੇ ਅੱਜ ਬਾਬਾ 5 ਦਿਨਾਂ ਬਾਅਦ ਉੱਠ ਕੇ ਆ ਗਿਆ, ਨਹੀਂ ਤੇ ਕਹਿੰਦਾ ਸੀ ਮੈਂ ਬਿਮਾਰ ਹਾਂ, ਨਹੀਂ ਤੇ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਬਾਹਰੋਂ ਹੀ ਹਾਜ਼ਰੀ ਲਾ ਕੇ ਭੱਜ ਗਿਆ। ਇਹਨੂੰ ਪਤਾ ਹੈ, ਇਹ ਦੇਖੂਗਾ, ਇਹ ਆਪਣੇ ਸਾਹਮਣੇ ਤਿੱਤਰ ਬਿੱਤਰ ਹੁੰਦਾ ਦੇਖੂ ਸਾਰਾ ਕੁਝ। ਇਹ ਕਰਮਾਂ ਨੇ ਇਹਦਾ ਪਿੱਛਾ ਨਹੀਂ ਛੱਡਣਾ, ਇਹਨੇ ਜੋ ਬੀਜਿਆ ਉਹਨੇ ਇਹਦਾ ਪਿੱਛਾ ਨਹੀਂ ਛੱਡਣਾ। ਮੈਂ ਅੱਗੇ ਆਉਣਾ। ਇਹਨੂੰ ਇਹ ਪੁੱਛੋ, ਇਹ ਤੇ ਇੱਕ ਪਾਸਾ ਹੈ ਨਾ, ਇਹਨੂੰ ਇਹ ਪੁੱਛੋ ਵੀ ਭਾਈ ਤੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਆਪਣੇ ਘਰੇ ਸਮਨ ਕੀਤੇ ਕਿ ਨਹੀਂ ਕੀਤੇ?
ਤੈਨੂੰ ਕਿਹਨੇ ਦਿੱਤੀ ਇਹ ਤਾਕਤ ਕਿ ਤੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਆਪਣੇ ਘਰੇ ਬੁਲਾਵੇਂ? ਫਿਰ ਹਿੰਦੀ ਦੇ ਵਿੱਚ ਲਿਖੀ ਹੋਈ ਚਿੱਠੀ ਕਿ ਉਹ ਉੱਥੇ ਆਇਆ, ਉਹਨੇ ਆਪਦੇ ਹੱਥਾਂ ਨਾਲ ਚਿੱਠੀ ਲਿਖੀ ਹੈ। ਹਿੰਦੀ 'ਚ ਲਿਖੀ ਹੋਈ ਚਿੱਠੀ ਪੰਜਾਬੀ 'ਚ ਕਿਵੇਂ ਹੋ ਗਈ? ਤੁਸੀਂ ਉਸ ਤਨਖਾਹੀਆ ਡਿਕਲੇਅਰ ਕੀਤੇ ਬੰਦੇ ਨੂੰ ਮਾਫੀ ਕਿਵੇਂ ਦਵਾਤੀ? ਉਹ MSG ਫਿਲਮ ਕਿਵੇਂ ਰਿਲੀਜ਼ ਹੋ ਗਈ? ਇਹ ਸਿਆਸਤਦਾਨ ਥੋੜਾ ਨੇ, ਇਹ ਤਾਂ ਸੌਦਾਗਰ ਨੇ। ਸੌਦਾਗਰ ਜਿਹਦੇ ਨਾਲ ਪੰਥ ਨੇ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਨੂੰ ਕਿਹਾ ਸੀ, ਉਹਦੇ ਨਾਲ ਇਹਨਾਂ ਨੇ ਨੋਟਾਂ ਤੇ ਵੋਟਾਂ ਦੀ ਸਾਂਝ ਰੱਖੀ। ਇਹ ਇਹਨਾਂ ਦੇ اخلاق ਨੇ? ਆਓ ਦੱਸੋ। ਇਹ ਤੁਹਾਡੇ ਸਾਹਮਣੇ ਹੈ, ਇਹ ਰਿਪੋਰਟ ਦੇ ਵਿੱਚ ਹੈ। ਤੇ ਫਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਅਕਾਲ ਤਖਤ ਦੇ ਜਥੇਦਾਰ ਸਾਹਿਬ ਤੁਹਾਡੇ ਲਿਫਾਫਿਆਂ ਚੋਂ ਨਿਕਲਣਗੇ? ਤੁਸੀਂ ਤਲਬ ਕਰੋਗੇ ਉਹਨਾਂ ਨੂੰ? ਤੁਸੀਂ ਧਰਮ ਦੀ ਬੋਲੀ ਲਾਓਗੇ? ਤੁਸੀਂ ਧਰਮ ਤੋਂ ਉੱਚੇ ਹੋਗੇ? ਤੁਸੀਂ ਤਨਖਾਹੀਆ ਕਰਾਰ ਦਿੱਤੇ ਹੋਏ ਲੋਕਾਂ ਨੂੰ ਅਕਾਲ ਤਖਤ ਸਾਹਿਬ ਤੋਂ ਦਬਾਅ ਪਾ ਕੇ ਮਾਫੀ ਦਿਵਾਓਗੇ? ਵੋਟਾਂ ਖਾਤਰ, ਨੋਟਾਂ ਖਾਤਰ? ਕਿਸ ਤਰ੍ਹਾਂ ਉਹ MSG ਫਿਲਮ ਰਿਲੀਜ਼ ਹੋਈ ਔਰ ਇੱਕ ਹਫ਼ਤੇ 'ਚ ਉਹਨੇ 104 ਕਰੋੜ ਰੁਪਏ ਕਮਾਏ ਕਿ ਨਹੀਂ ਕਮਾਏ? ਇਹ ਸਵਾਲ ਨੇ ਅੱਜ ਸਿੱਖ ਕੌਮ ਦੇ ਅੱਗੇ। ਤੇ ਇਹ ਫਿਰਕੂ ਕਹਿ ਕੇ, ਇਹ ਮਤਲਬ ਪਿੱਛਾ ਨਾ ਛੜਾ ਬਾਬਾ ਜੀ, ਇਹ ਤੇਰਾ ਪਿੱਛਾ ਨਹੀਂ ਛੁੱਟਣਾ ਹੁਣ, ਕਿਉਂਕਿ ਇਹ ਤੇਰੀ ਕੌਮ ਜਿਹਦੇ ਸਿਰ ਦੇ ਉੱਤੇ 40 ਸਾਲ ਤੈਂ ਰਾਜ ਕੀਤਾ, ਇਹ ਤੇਰੇ ਅੱਗੇ ਖੜੇ ਅੱਜ। ਇਹ ਤੇ ਤੂੰ ਸਵਾਲ ਕਰਦੇ ਤੇ ਤੂੰ ਕਿਸੇ ਸਵਾਲ ਦਾ ਉੱਤਰ ਨਹੀਂ ਦਿੱਤਾ ਜਾਂਦਾ। ਕਿਹੜੀਆਂ ਕੁਰਬਾਨੀਆਂ? 2 ਬੱਸਾਂ ਤੋਂ ਤੁਹਾਡੀਆਂ 2000 ਬੱਸਾਂ ਹੋ ਗਈਆਂ, ਇਹ ਕੁਰਬਾਨੀ ਹੈ। ਜਦੋਂ ਤੁਹਾਡੀ ਸਰਕਾਰ ਆਉਂਦੀ ਹੈ, ਤੁਹਾਡਾ 5 ਸਟਾਰ ਹੋਟਲ ਬਣਦਾ, ਇਹ ਕੁਰਬਾਨੀ ਹੈ? ਐਸੈਟ ਦੇਖੋ ਇਹਨਾਂ ਦੇ। ਇਹ ਧੰਦਾ ਕਰਨ ਵਾਲੇ ਬਿਜ਼ਨਸਮੈਨ ਹੈ। ਅੱਜ ਇਹਨਾਂ ਨੂੰ ਪਤਾ ਲੱਗੂਗਾ, ਕਿਉਂਕਿ ਇਹਨਾਂ ਦੇ ਪਰਦੇ ਫਾਸ਼ ਹੋ ਗਏ। ਇਹਨਾਂ ਦੀ ਜਿਹੜੀ ਅਸਲੀਅਤ ਹੈ ਉਹ ਲੋਕਾਂ ਦੇ ਸਾਹਮਣੇ ਆ ਗਈ ਹੈ। ਤੇ ਲੋਕਾਂ ਨੇ ਇਨਸਾਫ ਕੀਤਾ ਸੀ। 13 ਸੀਟਾਂ ਨੇ ਅੱਜ। ਤੇ ਇਹ ਜੋ ਹੁਣ ਇਹ ਰਿਪੋਰਟਾਂ ਨਿਕਲੀਆਂ ਨੇ ਤੇ ਇਹਨਾਂ ਦਾ ਸੱਚ ਲੋਕਾਂ ਦੇ ਸਾਹਮਣੇ ਆਇਆ ਹੈ, 13 ਵੀ ਨਹੀਂ ਰਹਿਣੀਆਂ।